सो ਅੱਜ ਦੀ ਜਿਹੜੀ ਛੋਟੀ ਜਿਹੀ ਕਲਾਸ ਹੈ ਜੀ ਬਹੁਤ ਜ਼ਿਆਦਾ ਤੁਹਾਡੇ ਲਈ ਸਪੈਸ਼ਲ ਹੈ ਕਿਉਂਕਿ ਨਾ ਇਹਦੇ ਵਿੱਚੋਂ ਵਰਡਸ ਮੈਂ ਤੁਹਾਡੇ ਲਈ ਨੋਟ ਕਰਕੇ ਲਿਖੇ ਨੇਗੇ ਜਿਹੜੇ ਨਾ ਅੱਜ ਤੱਕ ਆਇਲਸ ਰਾਈਟਿੰਗ ਟਾਸਕ 2 ਦੇ ਵਿੱਚ ਆਏ ਨੇ। ਕੁਝ ਵਰਡਸ ਅਜਿਹੇ ਨੇ ਇਹਦੇ ਵਿੱਚ ਜਿਹੜੇ ਕਿ ਸਾਨੂੰ ਬਹੁਤ ਈਜ਼ੀਲੀ ਸਮਝ ਆਉਂਦੇ ਨੇ ਪਰ ਕੁਝ ਕੁ ਵਰਡ ਅਜਿਹੇ ਨੇ ਅਗਰ ਐਗਜ਼ਾਮ ਦੇ ਵਿੱਚ ਉਹ ਆ ਜਾਣ ਸਟੇਟਮੈਂਟ ਦੇ ਵਿੱਚ ਤਾਂ ਸਾਨੂੰ ਬਹੁਤ ਜ਼ਿਆਦਾ ਕਨਫਿਊਜ਼ ਕਰ ਸਕਦੇ ਨੇ। ਤਾਂ ਇੱਕ ਲਿਸਟ ਮੈਂ ਤੁਹਾਡੇ ਲਈ ਤਿਆਰ ਕੀਤੀ ਹੈ ਸਪੈਸ਼ਲੀ ਉਹਨਾਂ ਲਈ ਜਿਨ੍ਹਾਂ ਨੂੰ ਕਈ ਵਾਰ टास्क 2 की स्टेटमेंट ਦੇ ਵਿੱਚ कीवर्ड समझ ही नहीं आता कि ये पूछ की रहा है। जिवें सब तो पहला वर्ड यूटोपिया ਮੈਨੂੰ लगता है कि 80% स्टूडेंट्स ਨੂੰ ਇਹਦਾ पता ही नहीं ਹੁੰਦਾ यूटोपिया ਹੁੰਦਾ ਕੀ ਹੈ। सिर्फ लिटरेचर ਦੇ स्टूडेंट ਜਿਹੜੇ इंग्लिश लिटरेचर ਦੇ ਉਹਨਾਂ ਨੂੰ पता ਹੁੰਦਾ। यूटोपिया ਦਾ मतलब ਅਜਿਹਾ ਮਾਹੌਲ ਹੁੰਦਾ ਹੈਗਾ ਅਜਿਹਾ এনवायरमेंट ਕ੍ਰੀਏਟ ਕਰਨਾ ਹੁੰਦਾ ਜਿੱਥੇ ਕਿ ਸਾਰਾ ਕੁਝ ਵਧੀਆ ਹੀ ਵਧੀਆ ਹੈਗਾ। ਜਿੱਦਾਂ ਆਪਾਂ ਸੁਪਨੇ ਲੈਣੇ ਹੁੰਦੇ ਆ ਕਿ ਸਾਡੇ ਕੋਲ ਬਹੁਤ ਵੱਡਾ ਮਹਿਲ ਹੈਗਾ ਉਹ 'ਚ ਬਹੁਤ ਲਗਜ਼ਰੀ ਕਾਰਾਂ ਖੜੀਆਂ ਨੇਗੀਆਂ ਜਾਂ ਹਰ ਪਾਸੇ ਖੁਸ਼ਹਾਲੀ ਹੈਗੀ। ਜਿਵੇਂ ਅਸੀਂ ਟੈਗੋਰ ਦੀ ਇੱਕ ਰਵਿੰਦਰਨਾਥ ਟੈਗੋਰ ਜੀ ਦੀ ਪੋਇਮ ਹੈ ਵੇਅਰ ਦਾ ਮਾਈਂਡ ਇਜ਼ ਵਿਦਾਊਟ ਫੀਅਰ ਤਾਂ ਉਹ ਚੰਗੇ ਦੀ ਕਲਪਨਾ ਕਰਨੀ ਉਹਨੂੰ ਅਸੀਂ ਯੂਟੋਪੀਆ ਕਹਿੰਦੇ ਹਾਂ। ਯੂਟੋਪੀਆ ਸੋ ਰਾਈਟਿੰਗ ਦੇ ਵਿੱਚ ਅਗਰ ਤਾਂ ਮੇਰੇ ਆਉਂਦਾ ਯੂਟੋਪੀਆ ਤਾਂ ਮੀਨਿੰਗ ਸਮਝੋ ਇਹ ਪੁੱਛਿਆ ਜਾ ਰਿਹਾ ਕਿ ਯੂਟੋਪੀਆ ਕਿਉਂ ਕ੍ਰੀਏਟ ਹੁੰਦਾ ਹੈਗਾ। ਯੂਟੋਪੀਆ ਜਦੋਂ ਕ੍ਰੀਏਟ ਹੁੰਦਾ ਤਾਂ ਉਹਦੇ ਨਾਲ ਕੀ ਹੁੰਦਾ ਤਾਂ ਯੂਟੋਪੀਆ ਦਾ ਮਤਲਬ ਅਜਿਹਾ ਮਾਹੌਲ ਇੱਕ ਆਈਡੀਅਲ ਐਟਮੋਸਫੀਅਰ ਜਿੱਥੇ ਕਿ ਹਰ ਕੁਝ ਵਧੀਆ ਹੈਗਾ ਹਰ ਪਾਸੇ ਖੁਸ਼ਹਾਲੀ ਹੈ ਕੋਈ ਲੜਾਈ ਨਹੀਂ ਹੈਗੀ। ਜਿਵੇਂ ਸਵਰਗ ਹੁੰਦਾ ਨਾ ਸਵਰਗ ਦੀ ਕਲਪਨਾ ਕਰਨੀ ਉਹ ਯੂਟੋਪੀਆ ਦੇ ਲਈ ਕ੍ਰੀਏਟ ਹੁੰਦਾ ਹੈ। ਯੂਟੋਪੀਆ ਦੇ ਲਈ ਆਪਾਂ ਐਕਸਪੈਕਟ ਕਰ ਰਹੇ ਹਾਂ ਉੱਥੇ ਗੱਲ ਸਮਝ ਆ ਗਈ। ਤਾਂ ਪਲੀਜ਼ ਇਹਨਾਂ ਕੀਵਰਡਸ ਨੂੰ ਹੋਰ ਡਿਟੇਲ ਸਮਝਣ ਵਾਸਤੇ ਜ਼ਰੂਰ ਸਰਚ ਕਰਿਓ। ਰਿਸਰਚ ਕਰਨ ਤੋਂ ਬਾਅਦ ਹੀ ਤੁਹਾਨੂੰ ਇਹਨਾਂ ਚੀਜ਼ਾਂ ਦਾ ਪਤਾ ਲੱਗੇਗਾ। ਸੋ ਯੂਟੋਪੀਆ ਮਤਲਬ ਇੱਕ ਜਿਵੇਂ ਸਵਰਗ ਕਹਿ ਲਓ ਹੈਵਨ ਵਰਗਾ ਮਾਹੌਲ। स्पेस टूरिज्म का मतलब की है टूरिज्म का सब मीनिंग पता की है टूरिज्म टूर के ऊपर जाना पर स्पेस का मतलब है धरती तो बाहर और किसी ग्रह के ऊपर जाना चाहे वो मून है चाहे वो मरकरी है चाहे वो मार्स है मतलब कोई भी धरती तो बाहर किसी प्लैनेट के ऊपर जाना और उस स्पेस टूरिज्म का नाम दिया। ठीक है उस तो बाद है जीएम फूड्स। जीएम फूड ਕਿਹੜੇ ਹੁੰਦੇ ਨੇ ਕਿ ਜੈਨੇਟਿਕਲੀ ਮੋਡੀਫਾਈਡ ਫੂਡ ਫੁੱਲ ਫਾਰਮ ਇਹਦੀ ਜੈਨੇਟਿਕਲੀ ਮੋਡੀਫਾਈਡ ਹੁੰਦੀ ਹੈਗੀ ਜੈਨੇਟਿਕਲੀ ਮੋਡੀਫਾਈਡ ਫੂਡ। ਇਹ ਉਹ ਤਰ੍ਹਾਂ ਦੇ ਫੂਡਸ ਹੁੰਦੇ ਨੇਗੇ ਜਿਨ੍ਹਾਂ ਨੂੰ ਕੁਦਰਤੀ ਤੌਰ ਦੇ ਉੱਪਰ ਨਹੀਂ ਬਣਾਇਆ ਜਾਂਦਾ। ਕੁਦਰਤੀ ਤੌਰ ਦੇ ਉੱਪਰ ਬਣਨ ਵਾਲੇ ਫੂਡ ਦੇ ਵਿੱਚੋਂ ਥੋੜਾ ਡੀਐਨਏ ਲੈ ਕੇ ਉਹਦਾ ਜੀਨ ਲੈ ਕੇ ਜਾਂ ਕੋਈ ਚੀਜ਼ ਅਜਿਹੀ ਲੈ ਕੇ ਜਿੱਥੋਂ ਨਵਾਂ ਕੁਝ ਬਣ ਜਾਂਦਾ। ਜਿੱਦਾਂ ਹੁਣ ਬ੍ਰੋਇਲਰ ਐਗਸ ਜੋ ਨੈਚੁਰਲ ਐਗਸ ਨੇਗੇ ਉਹਦਾ ਹੀ ਥੋੜਾ ਜਿਹਾ ਕੁਝ ਲੈ ਕੇ ਉਹਦਾ ਪਾਰਟ ਤਾਂ ਮਸ਼ੀਨ ਦੀ ਹੈਲਪ ਦੇ ਨਾਲ ਬ੍ਰੋਇਲਰ ਐਗ ਬਣਾਏ ਜਾਂਦੇ ਨੇ ਜਿਹੜੇ ਸਸਤੇ ਵੀ ਹੁੰਦੇ ਨੇਗੇ ਵੈਰਾਈਟੀ 'ਚ ਵੀ ਹੁੰਦਾ ਕੁਆਂਟੀਟੀ ਦੇ ਵਿੱਚ ਵੀ ਕਿੰਨਾ ਮਰਜ਼ੀ ਬਣਾ ਲਓ। ਉਸ ਤੋਂ ਬਾਅਦ ਹੈ ਪ੍ਰੀਜ਼ਰਵੇਟਿਵਸ ਇਨ ਫੂਡ। ਪ੍ਰੀਜ਼ਰਵੇਟਿਵ ਕੀ ਹੁੰਦੇ ਨੇ ਪਹਿਲੀ ਗੱਲ ਪ੍ਰੀਜ਼ਰਵੇਟਿਵ ਬੇਟਾ ਉਹ ਵਰਡ ਹੁੰਦਾ ਜਿਹੜਾ ਕਿਸੇ ਚੀਜ਼ ਨੂੰ ਡਿਕੇ ਹੋਣ ਤੋਂ ਖਰਾਬ ਹੋਣ ਤੋਂ ਬਚਾਉਂਦਾ ਹੈਗਾ ਤੇ ਖਾਣੇ ਦੇ ਵਿੱਚ ਅਜਿਹੇ ਕੈਮੀਕਲਸ ਐਡ ਕਰਨੇ ਜਿਹਦੇ ਨਾਲ ਖਾਣਾ ਖਰਾਬ ਨਾ ਹੋਵੇ ਕਾਫੀ ਲੰਬੇ ਟਾਈਮ ਤੱਕ ਚੱਲਦਾ ਰਹੇ। ਛੋਟੀ ਜਿਹੀ ਐਗਜ਼ਾਮਪਲ ਲੈ ਲਓ ਜਿਹੜਾ ਤਾਜ਼ਾ ਦੁੱਧ ਹੈ ਮਿਲਕ ਹੈ अगर आप उसनू खुला रख देवांगे तो वह 1 या 2 दिन के खराब हो जाएगा। गर्मी के हो सकता शाम तक ही खराब हो जाए सुबह वाला दुध ठंड के हो सकता कि 1 दिन लग जाए 24 घंटे लग जाए पर वो कुछ अजिहा चीज़ पा दी जाती है कि वह दुध खराब ना हो लंबे टाइम तक चलता रहे उन्होंने असीं बोलते हैं प्रिजर्वेटिव। एक खाण पीने वाली चीज़ किसी भी हो सकता समझ गए। सो कैमिकल्स तरह की चीज़ा ही नहीं। उस तो बाद है सक्सैस इननेट। इननेट की होंगी है राजे इननेट होंगे जो जन्म तो ही साडे नाल आउंदा है बाय बर्थ। ਅਸੀਂ ਪੰਜਾਬ ਦੇ ਰਹਿਣ ਵਾਲੇ ਹਾਂ ਨਾ ਪੰਜਾਬੀ ਸਾਡੀ ਮਦਰ ਟੰਗ ਹੈ ਕਿ ਅਗਰ ਬੱਚੇ ਨੂੰ ਨਾ ਵੀ ਸਿਖਾਈ ਜਾਵੇ ਪੰਜਾਬੀ ਤਾਂ ਉਹ ਸਿੱਖ ਜੂਗਾ ਆਪਣੇ ਆਪ ਹੀ। ਘਰੇ ਜਿਸ ਤਰ੍ਹਾਂ ਦੀ ਗੱਲਾਂ ਹੁੰਦੀਆਂ ਨੇ ਕਿ ਘਰੇ ਬੱਚੇ ਨੂੰ ਚਾਹੇ ਸਕੂਲ ਨਾ ਜਾਵੇ ਅਗਰ ਘਰੇ ਇੰਗਲਿਸ਼ ਵਿੱਚ ਬੋਲਿਆ ਜਾ ਰਿਹਾ ਤਾਂ ਬੱਚਾ ਪੰਜਾਬੀ ਬੰਦਾ ਵੀ ਇੰਗਲਿਸ਼ ਸਿੱਖ ਜੂ ਮਤਲਬ ਇਨਨੇਟ ਜਨਮ ਦੇ ਨਾਲ ਹੀ ਜੋ ਕੁਆਲਿਟੀਜ਼ ਆਉਂਦੀਆਂ ਉਹਨੂੰ ਇਨਨੇਟ ਕਹਿੰਦੇ ਆ। ਤੇ ਅਚੀਵ ਦਾ ਮਤਲਬ ਹੁੰਦਾ ਹੈਗਾ ਜੋ ਕਿ ਸਮੇਂ ਦੇ ਨਾਲ ਰਹਿ ਕੇ ਬੱਚਾ ਜਨਮ ਤੋਂ ਬਾਅਦ ਮਿਹਨਤ ਦੇ ਨਾਲ ਸਿੱਖਦਾ ਉਹਨੂੰ ਆਪਾਂ ਅਚੀਵ ਕਹਿ ਦਿੰਦੇ ਆ ਕਿ ਅਚੀਵ ਦੇ ਲਈ ਅਕਸਰ ਇੱਕ ਵਰਡ ਹੋਰ ਯੂਜ਼ ਹੁੰਦਾ ਲਰਨ। ठीक है जी। सो इस तरह के वर्ड इननेट कई बार एग्जाम च आ जाते हैं कि एक जिवें टॉपिक बड़ा फेमस है कि कुछ लोग कहते हैं कि ਜਿਹੜੀਆਂ ਕੁਆਲਿਟੀਜ਼ ਦੇ ਨਾਲ ਬੰਦਾ ਜਨਮ ਹੁੰਦਾ ਹੈਗਾ ਉਹੀ ਅੱਗੇ ਜਾ ਕੇ ਉਹਦੀ ਸਕਸੈਸਫੁਲ ਬਣਾਉਂਦੀਆਂ ਨੇ ਜਾਂ ਨਹੀਂ ਬਣਾਉਂਦੀਆਂ ਹੈਗੀਆਂ। ਕੁਝ ਕਹਿੰਦੇ ਵੀ ਨਹੀਂ ਬੰਦਾ ਆਪਦੀ ਮਿਹਨਤ ਨਾਲ ਵੀ ਕੁਝ ਨਾ ਕੁਝ ਬਣ ਸਕਦਾ ਹੈਗਾ ਜਾਂ ਇਹ ਵੀ ਕਿਹਾ ਜਾਂਦਾ ਹੈਗਾ ਕਿ ਅਗਰ ਐਕਟਰ ਹੈ ਤਾਂ ਐਕਟਰ ਦਾ ਬੱਚਾ ਐਕਟਰ ਹੀ ਬਣਦਾ ਹੈਗਾ। अगर ये चीज़ बनता तो आप कहेंगे इननेट क्वालिटीज है। इननेट मतलब हेरिडिटरी
ਉਹਨੂੰ ਉਹਦੇ ਵਿਰਸੇ 'ਚ ਮਿਲਦੀਆਂ ਨੇ, ਵਿਰਾਸਤ ਦੇ ਵਿੱਚ ਮਿਲਦੇ, ਜਨਮ ਦੇ ਨਾਲ ਮਿਲਦੀਆਂ। ਪਰ ਜਿਹਦੇ ਅਗਰ ਆਪਾਂ ਕਹੀਏ ਵੀ ਕ੍ਰਿਕਟਰ ਦਾ ਬੱਚਾ ਕ੍ਰਿਕਟਰ ਨਹੀਂ ਬਣੇ ਡਾਕਟਰ ਬਣ ਗਿਆ, ਤਾਂ ਉਹਨੇ ਕੀ ਕੀਤਾ, ਉਹ ਅਚੀਵ ਕੀਤਾ, ਲਰਨ ਕੀਤਾ। ਉਵੇਂ ਹੀ ਲੀਡਰਸ਼ਿਪ, ਕੁਝ ਲੋਕਾਂ ਨੇ ਇਹ ਮੰਨਣਾ ਕਿ ਲੀਡਰਸ਼ਿਪ ਕੁਆਲਿਟੀ ਤਾਂ ਬੰਦੇ ਜਨਮ ਦੇ ਨਾਲ ਹੀ ਆਉਂਦੀਆਂ ਨੇਗੀਆਂ, ਕੁਝ ਕਹਿੰਦੇ ਨਹੀਂ ਜਨਮ ਦੇ ਨਾਲ ਨਹੀਂ, ਇਹਨੂੰ ਡਿਵੈਲਪ ਕੀਤਾ ਜਾਂਦਾ। ਸੋ ਪਲੀਜ਼ ਦੇਖੋ, ਦੇਖਣ ਦੇ ਵਿੱਚ ਇਹ ਚੀਜ਼ਾਂ ਕੋਈ ਬਹੁਤੀਆਂ ਵੱਡੀਆਂ ਨਹੀਂ ਹੈਗੀਆਂ, ਪਰ ਇਹ ਕੀਵਰਡਸ ਨੇ ਜਿਹੜੇ ਤੁਹਾਡੇ ਰਾਈਟਿੰਗ ਨੂੰ ਕੁਝ ਵੀ ਕਰ ਸਕਦੇ ਆ ਇਹ। ਉਸ ਤੋਂ ਬਾਅਦ ਹੈ ਜਵੈਨਲ ਕ੍ਰਾਈਮ। ਕੀਵਰਡ ਜਵੈਨਲ ਦਾ ਮਤਲਬ ਕੀ ਹੈ, ਜਿਹੜੇ ਬੱਚੇ ਛੋਟੇ ਕਰਦੇ ਨੇਗੇ, ਮਤਲਬ ਜਿਹੜੇ ਅਡਲਟ ਨਹੀਂ ਹੋਏਗੇ, ਛੋਟੀ ਉਮਰ ਦੇ ਬੱਚੇ ਨੇ, ਟੀਨੇਜਰ ਨੇਗੇ, ਉਹਨਾਂ ਦਾ ਕ੍ਰਾਈਮ ਨੂੰ ਅਸੀਂ ਜਵੈਨਲ ਕ੍ਰਾਈਮ ਕਹਿੰਦੇ ਆ। ਇਹਦੇ ਨਾਲ ਰਿਲੇਟਡ ਕਿਹਾ ਹੈ ਕੁਐਸਚਨ ਬਣ ਜਾਂਦਾ, ਆਮ ਤੌਰ ਤੇ ਬੜਾ ਕਾਮਨ ਜਿਹਾ ਕੁਐਸਚਨ ਬਣਦਾ, ਸਟੇਟਮੈਂਟ ਬਣਦੀ ਹੈ ਕਿ ਜਵੈਨਲ ਕ੍ਰਾਈਮ ਨੂੰ ਵੀ ਉਨੀ ਸਜ਼ਾ ਮਿਲੇ ਜਵੈਨਲਸ ਨੂੰ ਜਿਵੇਂ ਅਡਲਟ ਨੂੰ ਮਿਲਦੀ ਹੈਗੀ, ਜਿਵੇਂ ਵੱਡਿਆਂ ਨੂੰ ਸਜ਼ਾ ਮਿਲਦੀ ਹੈ ਉਵੇਂ ਜਵੈਨਲ ਨੂੰ ਮਿਲਣੀ ਚਾਹੀਦੀ ਹੈ। ਇਦਾਂ ਦਾ ਕੁਐਸਚਨ ਆ ਜਾਂਦਾ। ਦੇਖੋ ਸਮਝਣਾ ਤਾਂ ਕੋਈ ਔਖਾ ਕੰਮ ਨਹੀਂ, ਪਰ ਵਰਡ ਦਾ ਮੀਨਿੰਗ ਸਾਨੂੰ ਪਤਾ ਹੋਣਾ ਚਾਹੀਦਾ। ਉਸ ਤੋਂ ਬਾਅਦ ਹੈ ਜਵੈਨਲ ਟੂ ਰਿਸੀਵ ਅਡਲਟ ਪਨਿਸ਼ਮੈਂਟ। ਉਹੀ ਗੱਲ ਜਿਹੜੀ ਮੈਂ ਕਹਿ ਰਿਹਾ ਸੀ ਕਿ ਇਹਨੂੰ ਵੀ ਸੇਮ ਪਨਿਸ਼ਮੈਂਟ ਜਿਵੇਂ ਅਡਲਟ ਨੂੰ ਮਿਲਦੀ ਹੈ ਉਹ ਮਿਲਣੀ ਚਾਹੀਦੀ ਹੈ। ਖੈਰ, ਉਸ ਤੋਂ ਬਾਅਦ ਹੈ ਸਟ੍ਰੀਮਿੰਗ। ਸਟ੍ਰੀਮਿੰਗ ਦੇ ਕਈ ਮੀਨਿੰਗ ਨਿਕਲਦੇ ਹੈਗੇ, ਪਰ ਸਟ੍ਰੀਮਿੰਗ ਅਗਰ ਆਪਾਂ ਟੌਪਿਕ ਸਾਡਾ ਐਜੂਕੇਸ਼ਨ ਦਾ ਹੈ ਤਾਂ ਉੱਥੇ ਸਟ੍ਰੀਮਿੰਗ ਦਾ ਮਤਲਬ ਹੈ ਕਿ ਫੀਲਡ, ਸਾਇੰਸ ਫੀਲਡ, ਕਾਮਰਸ ਫੀਲਡ, ਆਰਟਸ ਫੀਲਡ, ਹਿਊਮੈਨਿਟੀਜ਼ ਵਾਲਾ, ਤਾਂ ਇਹਨੂੰ ਬੋਲਦੇ ਆ ਸਟ੍ਰੀਮਿੰਗ। ਕਈ ਵਾਰ ਨਾ ਸਟ੍ਰੀਮ ਦਾ ਮੀਨਿੰਗ ਅਸੀਂ ਲੱਭਣ ਲੱਗਾ, ਸਟ੍ਰੀਮ ਦਾ ਮਤਲਬ ਤਾਂ ਨਦੀ ਵੀ ਹੁੰਦਾ ਹੈਗਾ, ਪਰ ਆਪਾਂ ਨਦੀ ਤੋਂ ਕੀ ਲੈਣਾ, ਇੱਥੇ ਟੌਪਿਕ ਨੂੰ ਪੂਰਾ ਸਮਝਾਂਗੇ ਪਤਾ ਲੱਗੂਗਾ ਤਾਂ ਐਜੂਕੇਸ਼ਨ ਦੀ ਗੱਲ ਹੋ ਰਹੀ ਹੈਗੀ। ਉਸ ਤੋਂ ਬਾਅਦ ਹੈ ਕਾਰਪੋਰਲ ਪਨਿਸ਼ਮੈਂਟ। ਕਾਰਪੋਰਲ ਪਨਿਸ਼ਮੈਂਟ ਕੀ ਹੁੰਦੀ ਹੈਗੀ, ਜਿੱਦਾਂ ਮੌਤ ਦੀ ਸਜ਼ਾ, ਫਾਂਸੀ ਦੀ ਸਜ਼ਾ, ਠੀਕ ਹੈ। ਸੋ ਇਹਦੇ ਨਾਲ ਹੀ ਇੱਕ ਹੋਰ ਪਨਿਸ਼ਮੈਂਟ ਹੁੰਦੀ ਹੈ, ਉਹਨੂੰ ਬੋਲਦੇ ਕੈਪੀਟਲ। ਕੈਪੀਟਲ ਪਨਿਸ਼ਮੈਂਟ ਹੁੰਦੀ ਹੈਗੀ ਉਮਰ ਕੈਦ ਦੀ ਸਜ਼ਾ। ਦੇਖੋ ਕਈ ਵਰਡ ਹੋਣਗੇ ਜਿਹੇ ਜਿਹੜੇ ਤੁਸੀਂ ਫਸਟ ਟਾਈਮ ਸੁਣ ਰਹੇ ਹੋਗੇ, ਬਸ ਇਹੀ ਵਰਡ ਹੈ, ਇਹਨਾਂ ਨੂੰ ਸਮਝ ਲਓ, ਇਸ ਤੋਂ ਬਾਅਦ ਕੋਈ ਵਰਡ ਨਹੀਂ ਹੁੰਦਾ ਹੈ, ਕਿਉਂਕਿ ਮੇਨ ਵਰਡ ਹੀ ਇਹੀ ਨੇਗੇ। ਇਹ ਸਾਰੇ ਕਲੈਕਟ ਕੀਤੇ ਹੋਏ ਨੇ ਪਿਛਲੇ ਸਾਲਾਂ ਦੇ ਨੂੰ ਲੈ ਕੇ ਅੱਜ ਤੱਕ ਵੀ ਕਿਹੜੇ ਕਿਹੜੇ ਵਰਡ ਆਮ ਤੌਰ ਤੇ ਐਗਜ਼ਾਮ 'ਚ ਦਿਖੇ ਜਾਂਦੇ ਨੇ। ਉਸ ਤੋਂ ਬਾਅਦ ਹੈ ਡਿਕਲਾਈਨਿੰਗ ਬਾਇਓਡਾਇਵਰਸਿਟੀ। ਬਾਇਓਡਾਇਵਰਸਿਟੀ ਦਾ ਮਤਲਬ ਹੁੰਦਾ, ਬਾਇਓ ਮੀਨਸ ਬਾਇਓਲੋਜੀ, ਜੀਵ ਨਾਲ ਰਿਲੇਟਡ ਹੁੰਦਾ ਹੈਗਾ, ਡਾਇਵਰਸਿਟੀ ਮਤਲਬ ਵਿਭਿੰਨਤਾ, ਪੰਜਾਬੀ ਵਿੱਚ ਨਾ ਜੀਵ ਵਿਭਿੰਨਤਾ। ਸੋ ਬਾਇਓਡਾਇਵਰਸਿਟੀ ਦਾ ਮਤਲਬ ਹੈ ਪਸ਼ੂ ਪਕਸ਼ੀ, ਜੀਵ ਜੰਤੂ, ਪੇੜ ਪੌਦੇ, ਇਹ ਸਾਰਾ ਕੁਝ ਬਾਇਓਡਾਇਵਰਸਿਟੀ ਦੇ ਵਿੱਚ ਆਉਂਦਾ ਹੈਗਾ ਤੇ ਇਹ ਡਿਕਲਾਈਨ ਹੋ ਰਿਹਾ ਹੈਗਾ। ਉਸ ਤੋਂ ਬਾਅਦ ਹੈ ਫੰਡਿੰਗ, ਪ੍ਰੀਵੈਂਸ਼ਨ ਔਰ ਕਿਉਰ। ਟੌਪਿਕ ਥੋੜੇ ਦਿਨ ਪਹਿਲਾਂ ਹੀ ਆਪਾਂ ਕਲਾਸ ਵਿੱਚ ਡਿਸਕਸ ਕੀਤਾ ਸੀਗਾ, ਪ੍ਰੀਵੈਂਸ਼ਨ ਔਰ ਕਿਉਰ। ਪ੍ਰੀਵੈਂਸ਼ਨ ਔਰ ਕਿਉਰ ਦਾ ਮਤਲਬ ਕੀ ਹੁੰਦਾ ਹੈਗਾ, ਦੇਖੋ ਦੋਨੋਂ ਚੀਜ਼ਾਂ ਇਕੱਠੀਆਂ ਹਨ। ਪ੍ਰੀਵੈਂਸ਼ਨ ਦਾ ਮਤਲਬ ਰੋਕਣਾ ਹੁੰਦਾ ਹੈਗਾ, ਰੋਕਣ ਦਾ ਕਈ ਚੀਜ਼ਾਂ ਆਪਾਂ ਰੋਕ ਸਕਦੇ ਆ, ਪਰ ਜਦੋਂ ਪ੍ਰੀਵੈਂਸ਼ਨ ਤੇ ਕਿਉਰ ਹੋ ਗਿਆ ਨਾ, ਮਤਲਬ ਪਤਾ ਲੱਗ ਗਿਆ ਵੀ ਇਹ ਟੌਪਿਕ ਸਿੱਧਾ ਸਿੱਧਾ ਸਾਡਾ ਹੈਲਥ ਫੈਸਿਲਿਟੀ ਦੇ ਨਾਲ ਰਿਲੇਟਡ ਹੈ, ਹੈਲਥ ਦੇ ਨਾਲ। ਪ੍ਰੀਵੈਂਸ਼ਨ ਦਾ ਮਤਲਬ ਹੁੰਦਾ ਰੋਕਣਾ, ਪਰਹੇਜ਼, ਤੇ ਕਿਉਰ ਦਾ ਮਤਲਬ ਹੁੰਦਾ ਇਲਾਜ। ਮੈਂ ਦਾਅਵੇ ਨਾਲ ਕਹਿਣਾ, ਅਗਰ ਤੁਸੀਂ ਆਹ ਵਰਡ ਯਾਦ ਰੱਖ ਲਓਗੇ, ਤੁਹਾਨੂੰ ਇਹਨਾਂ ਦਾ ਮੀਨਿੰਗ ਪਤਾ ਹੈਗਾ, ਐਗਜ਼ਾਮ ਦੇ ਵਿੱਚ ਕੋਈ ਮਰਜ਼ੀ ਟੌਪਿਕ ਆ ਜਾਏ ਤੁਸੀਂ ਉਲਝੇ ਹੋਗੇ, ਕਿਉਂਕਿ ਇਹਨਾਂ ਦੇ ਵਿੱਚੋਂ ਹੀ ਵਰਡ ਨਿਕਲਣਾ ਹੈ ਹਰ ਹਾਲਤ ਦੇ ਵਿੱਚ ਇਹਨਾਂ ਚ ਜਾਣਾ। ਉਸ ਤੋਂ ਬਾਅਦ ਓਬੈਸਿਟੀ, ਪਤਾ ਹੀ ਹੈ ਤੁਹਾਨੂੰ ਕੀ ਹੁੰਦਾ ਹੈਗਾ, ਮੋਟਾਪਾ। ਸਿਕਿਉਰਿਟੀ ਆਨਲਾਈਨ। ਸਿਕਿਉਰਿਟੀ ਆਨਲਾਈਨ ਦਾ ਮਤਲਬ ਕਿ ਅਸੀਂ ਸਾਰੇ ਮੋਬਾਈਲ ਯੂਜ਼ ਕਰਦੇ ਆਂਗੇ, ਮੋਬਾਈਲ ਦੇ ਵਿੱਚ ਇੰਟਰਨੈਟ ਵੀ ਯੂਜ਼ ਕਰਦੇ ਆਂਗੇ। ਇੰਟਰਨੈਟ ਯੂਜ਼ ਕਰਦੇ ਦੌਰਾਨ ਚਾਹੇ ਲੈਪਟਾਪ ਤੇ ਚਲਾ ਰਹੇ ਆ, ਪੀਸੀ ਤੇ ਚਲਾ ਰਹੇ ਆਂਗੇ, ਮੋਬਾਈਲ ਫੋਨ ਦੇ ਉੱਪਰ ਟੈਬ ਹੈ, ਚਾਹੇ ਕੁਛ ਦੇ ਵੀ ਅਗਰ ਆਪਾਂ ਇੰਟਰਨੈਟ ਚਲਾ ਰਹੇ ਆ ਤੇ ਆਪਾਂ ਆਪਣੇ ਆਪ ਨੂੰ ਸਿਕਿਉਰ ਕਰ ਰਹੇ ਹੈਗੇ ਕਿ ਹੈਕਰ ਸਾਨੂੰ ਹੈਕ ਨਾ ਕਰ ਸਕਣ। ਅਸੀਂ ਉਸ ਨੂੰ ਸਿਕਿਉਰਿਟੀ ਆਨਲਾਈਨ ਦੀ ਗੱਲ ਕਰਦੇ ਹਾਂ। ਕਈ ਕੀ ਕਰਦੇ ਨੇਗੇ, ਆਪਣੇ ਪੀਸੀ ਨੂੰ ਪ੍ਰੋਟੈਕਟ ਕਰਨ ਦੇ ਵਿੱਚ ਐਂਟੀਵਾਇਰਸ ਇੰਸਟਾਲ ਕਰ ਲੈਂਦੇ ਨੇਗੇ, ਕਰਦੇ ਨੇਗੇ ਤਾਂ ਉਹ ਸਿਕਿਉਰਿਟੀ ਕਰਦੇ ਹੈਗੇ। ਸਾਨੂੰ ਆਮ ਤੌਰ ਦੇ ਉੱਪਰ ਬੈਂਕ ਵਾਲੇ ਅਕਸਰ ਹੀ ਮੈਸੇਜ ਭੇਜਦੇ ਨੇਗੇ, ਸਾਨੂੰ ਦੱਸਦੇ ਨੇਗੇ ਜਾਂ ਕਈ ਐਡਵਰਟਾਈਜ਼ਮੈਂਟ ਦੇ ਥਰੂ ਕਿ ਹੈਕਰਸ ਤੋਂ ਬਚੋ, ਆਪਣਾ OTP, ਆਪਣੀ ਪਰਸਨਲ ਡਿਟੇਲ, ਬੈਂਕ ਨਾਲ ਰਿਲੇਟਡ ਪਲੀਜ਼ ਕਿਸੇ ਨੂੰ ਨਾ ਦਿਓ। ਇਹ ਸਾਰਾ ਕੁਝ ਸਿਕਿਉਰਿਟੀ ਆਨਲਾਈਨ ਦੇ ਵਿੱਚ ਆਉਂਦਾ। ਹੁਣ ਆਨਲਾਈਨ ਦਾ ਮਤਲਬ ਤਾਂ ਕਈ ਵਾਰ ਸਾਨੂੰ ਕੁਝ ਹੋਰ ਹੀ ਸਮਝ ਆਉਣ ਲੱਗ ਜਾਂਦਾ, ਸਿਕਿਉਰਿਟੀ ਵਾਲੀ ਸੋਚਣਾ ਬੜਾ ਡੀਪ ਚੱਲ ਜਾਣਾ। ਸਿਕਿਉਰਿਟੀ ਦਾ ਜੇ ਤਾਂ ਜੀ ਦੇਸ਼ ਦੀ ਸਿਕਿਉਰਿਟੀ ਹੈਗੀ, ਇਹ ਤਾਂ ਆਪਣੀ ਫਿਜ਼ੀਕਲ ਬਾਡੀ ਦੀ ਸਿਕਿਉਰਿਟੀ ਹੈਗੀ, ਨਹੀਂ ਰਾਜੇ। ਸਿਕਿਉਰਿਟੀ ਆਨਲਾਈਨ ਦੋਨਾਂ ਦਾ ਮੀਨਿੰਗ ਇਕੱਠਾ ਹੈਗਾ ਕਿ ਇੰਟਰਨੈਟ ਯੂਜ਼ ਕਰਨ ਦੇ ਟਾਈਮ ਆਪਣੇ ਆਪ ਨੂੰ ਦੂਸਰਿਆਂ ਤੋਂ, ਸਕੈਮਰਸ ਤੋਂ, ਹੈਕਰਸ ਤੋਂ ਬਚਾ ਕੇ ਰੱਖਣਾ, ਮੀਨਸ ਸਿਕਿਉਰਿਟੀ ਆਨਲਾਈਨ। ਉਸ ਤੋਂ ਬਾਅਦ ਸਾਈਬਰ ਕ੍ਰਾਈਮ। ਸਾਈਬਰ ਦਾ ਮਤਲਬ ਹੁੰਦਾ ਇੰਟਰਨੈਟ ਤੇ ਕ੍ਰਾਈਮ ਤੁਹਾਨੂੰ ਪਤਾ। ਸੋ ਇੰਟਰਨੈਟ ਦੇ ਜ਼ਰੀਏ ਹੋਣ ਵਾਲੇ ਕ੍ਰਾਈਮ ਨੂੰ ਅਸੀਂ ਸਾਈਬਰ ਕ੍ਰਾਈਮ ਕਹਿੰਦੇ ਆਂਗੇ, ਜਾਂ ਫੋਨ ਦੇ ਜ਼ਰੀਏ ਹੋਣ ਵਾਲੇ ਵੀ, ਕਾਲ ਦੇ ਜ਼ਰੀਏ ਹੋਣ ਵਾਲੇ ਵੀ ਕ੍ਰਾਈਮ ਨੂੰ ਸਾਈਬਰ ਕ੍ਰਾਈਮ ਕਿਹਾ ਜਾਂਦਾ ਹੈ। ਅੱਜ ਕੱਲ੍ਹ ਇਹ ਕ੍ਰਾਈਮ ਬਹੁਤ ਜ਼ਿਆਦਾ ਵੱਧ ਗਿਆ। ਐਗਜ਼ਾਮਪਲ ਦਵਾਂ ਤੁਹਾਨੂੰ ਮੈਂ, ਕਿਸੇ ਦੀ ਫੇਸਬੁੱਕ ਆਈਡੀ ਫੇਕ ਬਣਾ ਕੇ ਕਿਸੇ ਤੋਂ ਪੈਸੇ ਮੰਗਣਾ, ਇਹ ਵੀ ਸਾਈਬਰ ਕ੍ਰਾਈਮ ਦੇ। ਕਿਸੇ ਨੂੰ ਕਾਲ ਕਰਕੇ ਉਹਨੂੰ ਝੂਠ ਬੋਲ ਕੇ ਕਿ ਮੈਂ ਤੇਰਾ ਚਾਚੇ ਦਾ ਮੁੰਡਾ ਬੋਲਦਾ, ਮੈਂ ਤਾਏ ਦਾ ਮੁੰਡਾ ਬੋਲਦਾ, ਮੈਂ ਟੈਨਸ਼ਨ ਦੇ ਵਿੱਚ ਆਂਗਾ, ਆਮ ਤੌਰ ਦੇ ਉੱਪਰ ਜਿਹੜੇ ਹੁਣ ਪਿੱਛੇ ਕਾਲ ਆਉਂਦੀਆਂ ਨੇਗੀਆਂ, ਤਾਂ ਇਹ ਵੀ ਸਾਈਬਰ ਕ੍ਰਾਈਮ ਦੀ ਹੀ ਇੱਕ ਐਗਜ਼ਾਮਪਲ ਹੈ। ਗॉट ਇਟ।
ਉਸ ਤੋਂ ਬਾਅਦ ਹੈ ਈ ਬੁੱਕਸ ਤੇ ਪੇਪਰ ਬੁੱਕਸ। ਈ ਬੁੱਕਸ ਤੇ ਪੇਪਰ ਬੁੱਕਸ ਕਿਹੜੀਆਂ ਹੁੰਦੀਆਂ ਨੇ? ਈ ਬੁੱਕਸ ਜਿਹੜੀਆਂ ਸੌਫਟ ਫਾਰਮ ਦੇ ਵਿੱਚ ਹੁੰਦੀਆਂ ਨੇਗੀਆਂ ਔਰ ਪੇਪਰ ਬੁੱਕਸ ਜਿਹੜੀਆਂ ਹਾਰਡ ਫਾਰਮ ਦੇ ਵਿੱਚ ਹੁੰਦੀਆਂ ਨੇ। ਓਕੇ, ਸੌਫਟ ਈ ਬੁੱਕਸ ਜਾਂ ਈਜ਼ੀ ਬੁੱਕਸ ਕਹ ਲਓ ਜਾਂ ਇਲੈਕਟ੍ਰੋਨਿਕ ਬੁੱਕਸ ਕਹ ਲਓ ਇਹਨੂੰ। ਸੋ ਜਿਹੜੀਆਂ ਸਾਨੂੰ ਇੰਟਰਨੈਟ ਤੋਂ ਪੀਡੀਐਫ ਫਾਰਮ ਦੇ ਵਿੱਚ ਡਾਕੂਮੈਂਟ ਫਾਈਲ ਦੇ ਫਾਰਮ ਦੇ ਵਿੱਚ ਮਿਲਦੀਆਂ ਨੇ ਪੀਡੀਐਫ ਉਹ ਈ ਬੁੱਕਸ ਹੁੰਦੀਆਂ ਨੇ। ਤੇ ਪੇਪਰ ਬੁੱਕਸ ਜਿਹੜੀਆਂ ਸਾਨੂੰ ਪ੍ਰਿੰਟਡ ਫਾਰਮ ਦੇ ਵਿੱਚ ਮਿਲਦੀਆਂ ਪ੍ਰਿੰਟਡ ਫਾਰਮ ਦੇ ਵਿੱਚ, ਜਿਵੇਂ ਕਾਗਜ਼ ਦੇ ਉੱਪਰ ਪ੍ਰਿੰਟ ਕਰਦੇ ਆ, ਅਗਰ ਉਹ ਵਾਲੀ ਚੀਜ਼ ਦੇ ਵਿੱਚ ਮਿਲਦੀ ਆ ਤਾਂ ਦੈਟ ਇਜ਼ ਪੇਪਰ ਬੁੱਕ ਹਾਰਡ ਫਾਰਮ ਦੇ ਵਿੱਚ। ਅਗਰ ਆਪਾਂ ਨੂੰ ਸਿਰਫ ਬੁੱਕ ਆਨਲਾਈਨ ਜ਼ਰੀਏ ਈਮੇਲ ਦੇ ਜ਼ਰੀਏ ਜਾਂ ਕਿਸੇ ਹੋਰ ਮੀਡੀਆ ਦੇ ਵਿੱਚ ਸਾਡੇ ਕੋਲ ਆਈ ਹੈ ਸਿਰਫ ਪ੍ਰਿੰਟ ਫਾਰਮ ਦੇ ਵਿੱਚ ਨਹੀਂ ਆਏਗੀ, ਸਿਰਫ ਤੇ ਸਿਰਫ ਕਿਹਦੇ ਚ ਆਈ ਹੈ, ਸਿਰਫ ਸਾਡੇ ਕੋਲ ਇਲੈਕਟ੍ਰੋਨਿਕ ਦੇ ਜ਼ਰੀਏ ਆਈ ਹੈ ਜਾਂ ਕਿਸੇ ਮੀਡੀਆ ਦੇ ਥਰੂ ਆਈ ਹੈਗੀ, ਦੈਟ ਇਜ਼ ਈ ਬੁੱਕ। ਲਿਟਰਿੰਗ ਦਾ ਮਤਲਬ ਕੀ ਹੁੰਦਾ ਹੈਗਾ? ਕੂੜਾ ਵਗੈਰਾ ਸਿੱਟਣਾ, ਗੰਦਗੀ ਪਾਉਣ ਨੂੰ ਬੋਲਦਾ ਲਿਟਰਿੰਗ ਦਾ ਮਤਲਬ। ਧਿਆਨ ਨਾਲ ਸੁਣਿਓ, ਕਈ ਵਾਰ ਪੰਜਾਬੀ ਬੰਦੇ ਲਿਟਰਿੰਗ ਲਿਟਰਨ ਤੋਂ ਸਮਝਣ ਲੱਗ ਜਾਂਦੇ ਵੀ ਲਿਟਣਾ ਹੈਗਾ, ਡਿੱਗਣਾ ਹਨਾ, ਲੇਟਣਾ। ਸ਼ਾਇਦ ਨਹੀਂ, ਇਦਾਂ ਨਹੀਂ ਹੈਗਾ, ਇੰਨਾ ਇਮੋਸ਼ਨਲ ਵੀ ਨਾ ਹੋਇਆ ਕਰੋ, ਕਿਉਂਕਿ ਸਾਡੇ ਤੋਂ ਕਈ ਵਾਰ ਇਹੋ ਜਿਹਾ ਵਰਡ ਮੀਨਿੰਗ ਨਹੀਂ ਪਤਾ ਲੱਗਦਾ, ਆਪਾਂ ਆਪਦੇ ਕੋਲ ਬਣਾ ਲੈਂਦੇ ਆ। ਪਰ ਲਿਟਰਿੰਗ ਦਾ ਮੀਨਿੰਗ ਕੀ ਹੈ? ਕੂੜਾ ਸਿੱਟਣਾ। ਓਕੇ, ਜਾਂ ਇਹਦੇ ਨਾਲ ਰਿਲੇਟਡ ਵਰਡ ਜਿਵੇਂ ਇਹਦਾ ਚਲੋ ਬਹੁਤ ਹੀ ਫਾਰਮ ਵੀ ਆ ਜਾਂਦੀ ਹੈ, ਨਾਮ ਵੀ ਬਣ ਜਾਂਦਾ, ਜਿੱਦਾਂ ਗਾਰਬੇਜ ਵੀ ਇਹਦੇ ਵਿੱਚ ਆਉਂਦਾ ਹੈਗਾ। ਠੀਕ ਹੈ ਜੀ। ਓਕੇ, ਹੋਮਲੈਸਨੈਸ ਦਾ ਮਤਲਬ ਹੁੰਦਾ ਹੈਗਾ ਹੋਮਲੈਸ। ਦੇਖੋ ਹੋਮ ਹੋ ਗਿਆ ਘਰ, ਹੋਮਲੈਸ ਜਿਹਦੇ ਕੋਲ ਘਰ ਨਹੀਂ ਹੈਗਾ, ਹੋਮਲੈਸਨੈਸ ਇੱਕ ਨਾਮ ਹੈ। ਸੋ ਹੋਮਲੈਸਨੈਸ ਦਾ ਮਤਲਬ ਹੁੰਦਾ ਹੈਗਾ ਇਹ ਉਹਨਾਂ ਨਾਲ ਰਿਲੇਟਡ ਐਸੇ ਹੋ ਸਕਦਾ ਹੈਗਾ ਜਿਨ੍ਹਾਂ ਕੋਲ ਇਹ ਘਰ ਨਹੀਂ ਹੈਗਾ, ਜਿਹੜੇ ਬੇਘਰ ਨੇ। ਰੀਜ਼ਨ ਪੁੱਛਿਆ ਜਾ ਸਕਦਾ ਵੀ ਕਿਉਂ ਬੇਘਰ ਨੇ, ਸੋਲੂਸ਼ਨ ਪੁੱਛਿਆ ਜਾ ਸਕਦਾ ਕਿ ਉਹਨੂੰ ਘਰਾਂ ਦੇ ਵਿੱਚ ਕਿਵੇਂ ਭੇਜਿਆ ਜਾਵੇ ਜਾਂ ਘਰ ਕਿਵੇਂ ਦਿੱਤੇ ਜਾਣ। ਖੈਰ, ਉਸ ਤੋਂ ਬਾਅਦ ਟਾਈਟਲ ਗਨ ਕੰਟਰੋਲ। ਪਿੱਛੇ ਜੀ ਅਮਰੀਕਾ ਦੇ ਵਿੱਚ ਰੂਲ ਬਣਾਇਆ ਗਿਆ ਸੀਗਾ ਤੇ ਆਪਣੇ ਵੀ ਪੰਜਾਬ ਦੇ ਵਿੱਚ ਹੁਣ ਇਹ ਚੀਜ਼ ਬਣਾਈ ਗਈ ਹੈਗੀ ਕਿ ਗਨਸ ਨੇ ਜੋ ਉਹ ਨਹੀਂ ਰੱਖਣੀਆਂ ਜ਼ਿਆਦਾ, ਲਾਇਸੈਂਸ ਵਾਲੀਆਂ ਹੋਣੀਆਂ ਚਾਹੀਦੀਆਂ ਨੇਗੀਆਂ, ਹਨਾ। ਸੋ ਟਾਈਟਲ ਗਨ ਕੰਟਰੋਲ ਦਾ ਮਤਲਬ ਹੁੰਦਾ ਹੈਗਾ ਗਨਸ ਨੂੰ ਰੱਖਣ ਵਾਲੇ ਜਿਹੜੇ ਰੂਲਸ ਨੇ ਕਿ ਰੈਗੂਲੇਸ਼ਨ ਉਹਨਾਂ ਨੂੰ ਸਟਰੋਂਗ ਕਰਨਾ, ਉਹਨੂੰ ਜ਼ਿਆਦਾ ਹਾਰਡ ਬਣਾਉਣਾ, ਕਿਹਦੇ ਕੋਲੇ ਹੋਣੇ ਚਾਹੀਦੇ, ਕਿਹਦੇ ਕੋਲੇ ਨਹੀਂ ਹੋਣੇ ਚਾਹੀਦੇ। ਅਮਰੀਕਾ ਦੇ ਵਿੱਚ ਥੋੜਾ ਜ਼ਿਆਦਾ ਚੱਲ ਰਿਹਾ ਹੈਗਾ, ਉੱਥੇ ਹਰ ਘਰ ਦੇ ਵਿੱਚ ਇੱਕ ਗਨ ਹੈ, ਉਹਦੇ ਵਿੱਚ ਲਾਇਸੈਂਸ ਵਾਲੀ, ਔਰ ਫਿਰ ਵੀ ਉੱਥੇ ਕੰਟਰੋਲ ਕੀਤਾ ਜਾ ਰਿਹਾ ਕਿਉਂਕਿ ਅੱਜ ਕੱਲ੍ਹ ਕੀ ਹੋ ਗਿਆ, ਟੋਲਰੈਂਸ ਤਾਂ ਹੈ ਨਹੀਂ, ਕਿਸੇ ਨੇ ਕੁਝ ਕਿਹਾ ਨਾਲ ਦੀ ਨਾਲ ਗਨ ਕੱਢੀ ਤੇ ਸ਼ੂਟ ਕਰਤਾ, ਤਾਂ ਉਹਦੀ ਬੜੀ ਚੀਜ਼ ਨਾਲ ਰਿਲੇਟਡ ਇਹ ਵਾਲਾ ਵਰਡ ਬਣ ਗਿਆ। ਸਪੈਂਡਿੰਗ ਮਨੀ ਔਨ ਸਪੇਸ ਐਕਸਪਲੋਰੇਸ਼ਨ, ਜਿੱਦਾਂ ਆਹ ਟੌਪਿਕ ਆਇਆ ਸਾਡੇ ਕੋਲ ਸਪੇਸ ਟੂਰਿਜ਼ਮ, ਉਵੇਂ ਹੀ ਹੁਣ ਬਣ ਗਿਆ ਸਪੇਸ ਐਕਸਪਲੋਰੇਸ਼ਨ। ਐਕਸਪਲੋਰੇਸ਼ਨ ਦਾ ਮਤਲਬ ਹੁੰਦਾ ਹੈਗਾ ਐਕਸਪਲੋਰ ਕਰਨਾ, ਖੋਜਣਾ। ਅਸੀਂ ਧਰਤੀ ਤੋਂ ਬਾਹਰ ਜਿਹੜੇ ਗ੍ਰਹਿ ਨੇ, ਪਲੈਨਟਸ ਨੇਗੇ, ਉਪਗ੍ਰਹਿ ਨੇਗੇ, ਉਹਨਾਂ ਨੂੰ ਅਗਰ ਖੋਜਣ ਵਾਸਤੇ ਉੱਥੇ ਜਾ ਰਹੇ ਹਾਂ, ਰਿਸਰਚ ਕਰ ਰਹੇ ਹਾਂਗੇ, ਤਾਂ ਅਸੀਂ ਉਸ ਨੂੰ ਕੀ ਕਹਾਂਗੇ? ਅਸੀਂ ਉਸ ਨੂੰ ਸਪੇਸ ਐਕਸਪਲੋਰੇਸ਼ਨ ਕਹਾਂਗੇ। ਸੋ ਕੀ ਉਹਦੇ ਉੱਪਰ ਸਾਨੂੰ ਖਰਚਾ ਕਰਨਾ ਚਾਹੀਦਾ ਸਰਕਾਰ ਨੂੰ ਜਾਂ ਨਹੀਂ ਕਰਨਾ ਚਾਹੀਦਾ ਹੈ? ਇਹ ਟੌਪਿਕ ਬਣ ਜਾਂਦਾ। ਉਵੇਂ ਹੀ ਆ ਗਿਆ ਸੈਂਡਿੰਗ ਕਮਿਊਨੀਕੇਸ਼ਨ ਇਨਟੂ ਸਪੇਸ। ਅਸੀਂ ਮੂਵੀ ਦੇ ਵਿੱਚ ਦੇਖਦੇ ਆਂਗੇ ਕਿ ਧਰਤੀ ਤੋਂ ਕੋਈ ਬੰਦਾ ਮੈਸੇਜ ਭੇਜ ਦਿੰਦੇ, ਮੈਨੂੰ ਯਾਦ ਆ ਕਾਫੀ ਟਾਈਮ ਪਹਿਲਾਂ ਛੋਟੇ ਹੁੰਦੇ ਨੇ ਮੂਵੀ ਦੇਖੀ ਸੀਗੀ, ਕੋਈ ਮਿਲ ਗਿਆ, ਸ਼ਾਇਦ ਉਹਦੇ ਵਿੱਚ ਸੀਗਾ, ਉਹਦੇ ਵਿੱਚ ਕਮਿਊਨੀਕੇਸ਼ਨ ਭੇਜੀ ਜਾਂਦੀ ਹੁੰਦੀ ਹੈ ਕਿ ਕਾਫੀ ਟਾਈਮ ਬਾਅਦ ਉਹਨਾਂ ਦਾ ਆਨਸਰ ਆਉਂਦਾ ਹੈਗਾ, ਏਲੀਅਨ ਵੱਲੋਂ ਮੈਸੇਜ ਆਉਂਦਾ, ਉਹਨੂੰ ਬੋਲਦੇ ਆ ਕਮਿਊਨੀਕੇਸ਼ਨ, ਸੈਂਡਿੰਗ ਕਮਿਊਨੀਕੇਸ਼ਨ ਟੂ ਸਪੇਸ। ਇਹਦਾ ਮਤਲਬ ਕੀ ਹੈ ਕਿ ਸਪੇਸ ਦੇ ਵਿੱਚ ਜਿਹੜੇ ਲੋਕ ਰਹਿੰਦੇ ਨੇ ਜਾਂ ਏਲੀਅਨ ਜਿਨ੍ਹਾਂ ਨੂੰ ਕਿਹਾ ਜਾਂਦਾ ਹੈਗਾ, ਉਹਨਾਂ ਦੇ ਨਾਲ ਕਮਿਊਨੀਕੇਟ ਕਰਨ ਦੇ ਲਈ ਉਹਨਾਂ ਨੂੰ ਮੈਸੇਜ ਭੇਜਿਆ ਜਾਂਦਾ ਹੈਗਾ ਕਿ ਇਹ ਚੀਜ਼ ਸਹੀ ਹੈ, ਇਹਦੇ ਉੱਪਰ ਖਰਚਾ ਕਰਨ ਦੀ ਲੋੜ ਹੈਗੀ ਹੈ ਜਾਂ ਨਹੀਂ ਹੈਗੀ, ਇਦਾਂ ਦਾ ਟੌਪਿਕ ਆ ਜਾਂਦਾ। ਖੈਰ, ਇੱਕ ਨਾ ਇੱਥੋਂ ਮੈਨੂੰ ਗੱਲ ਜ਼ਰੂਰ ਯਾਦ ਆਈ, ਏਲੀਅਨ ਵਰਡ। ਏਲੀਅਨ ਵਰਡ ਬੜਾ ਖਾਸ ਮੀਨਿੰਗ ਰੱਖਦਾ ਹੈਗਾ। ਏਲੀਅਨ ਦਾ ਮੀਨਿੰਗ ਇਹ ਨਹੀਂ ਹੈ ਕਿ ਕੋਈ ਵੀ ਬੰਦੇ ਦੀ ਗੱਲ ਕੀਤੀ ਜਾ ਰਹੀ, ਨਹੀਂ। ਏਲੀਅਨ ਹਰ ਇੱਕ ਉਸ ਪ੍ਰਜਾਤੀ ਨੂੰ, ਉਸ ਚੀਜ਼ ਨੂੰ ਕਿਹਾ ਜਾਂਦਾ ਜਿਹੜਾ ਕਿ ਉਸ ਪਲੇਸ ਦੇ ਨਾਲੋਂ ਜਾਂ ਧਰਤੀ ਦੇ ਨਾਲੋਂ ਵੱਖਰਾ ਹੋਵੇ। ਹੁਣ ਅਸੀਂ ਇੱਥੇ ਹਾਂ, ਅਸੀਂ ਸਾਰੇ ਇੱਕ ਦੂਜੇ ਨੂੰ ਜਾਣਦੇ, ਇੱਕ ਦੂਜੇ ਦੇ ਵਰਗੇ ਹਾਂ, ਪਰ ਅਗਰ ਸਾਡੇ ਵਿੱਚ ਕੋਈ ਅਜਿਹਾ ਪ੍ਰਾਣੀ ਆ ਜਾਏ, ਅਜਿਹਾ ਪਰਸਨ ਆ ਜਾਏ ਜਿਹੜਾ ਬਿਲਕੁਲ ਹੀ ਓਪੋਜ਼ਿਟ ਹੈਗਾ ਸਾਡੇ ਨਾਲੋਂ, ਓਪੋਜ਼ਿਟ ਮਤਲਬ ਬਿਲਕੁਲ ਹੀ ਅਲੱਗ ਹੈਗਾ, ਆਪਾਂ ਉਸਨੂੰ ਏਲੀਅਨ ਕਹਾਂਗੇ। ਆਪਾਂ ਏਲੀਅਨ ਮਤਲਬ ਬਿਲਕੁਲ ਅਲੱਗ। ਤਾਂ ਆਪਾਂ ਜਿਹੜੇ ਹੋਰ ਗ੍ਰਹਿਾਂ ਦੇ ਜੀਵਾਂ ਨੂੰ ਏਲੀਅਨ ਕਹਿੰਦੇ ਕਿਉਂਕਿ ਉਹ ਇੱਥੋਂ ਦੇ ਨਹੀਂ ਹੈਗੇ। ਸੋ ਏਲੀਅਨ ਮੀਨਸ ਕੀ ਹੁੰਦਾ? ਏਲੀਅਨ ਮੀਨਸ ਹੁੰਦਾ ਹੈਗਾ ਆਊਟਰ ਸਪੇਸ ਦਾ, ਬਿਲਕੁਲ ਡਿਫਰੈਂਟ। ਆਪਾਂ ਕਈ ਵਾਰ ਮਜ਼ਾਕ ਚ ਕਹਿੰਦੇ ਆ ਏਲੀਅਨ ਦਾ ਕੀ ਬਣਿਆ ਫਿਰਦਾ ਵੀ ਕਿਹੋ ਜਿਹੇ ਕੱਪੜੇ ਪਾ ਰੱਖੇ ਨੇ, ਕਿਉਂਕਿ ਉਹ ਸਾਨੂੰ ਆਪਣੇ ਵਰਗਾ ਨਹੀਂ ਲੱਗਦਾ। ਉਸ ਤੋਂ ਬਾਅਦ ਹੈ ਇਨਕਰੀਜ਼ਿੰਗ ਗੈਪ ਬਿਟਵੀਨ ਰਿਚ ਐਂਡ ਪੂਅਰ। ਅਮੀਰ ਤੇ ਗਰੀਬਾਂ ਦੇ ਵਿਚਕਾਰ ਗੈਪ ਵੱਧ ਰਿਹਾ ਹੈ। ਅਮੀਰ ਅਮੀਰ, ਗਰੀਬ ਗਰੀਬ, ਇਹਦਾ ਰੀਜ਼ਨ ਕੀ ਹੈ? ਇਹ ਵਾਲੀ ਚੀਜ਼ਾਂ ਨੇ। ਔਰ ਇਸ ਤੋਂ ਬਾਅਦ ਹੈ ਪੀਪਲ ਸ਼ੁੱਡ ਅਡੈਪਟ। ਕਾਫੀ ਇੰਪੋਰਟੈਂਟ ਕੁਐਸਚਨ ਹੈਗਾ, ਥੋੜੇ ਟਾਈਮ ਪਹਿਲਾਂ ਵੀ ਆਇਆ ਸੀਗਾ। ਅਡੈਪਟ ਦਾ ਮਤਲਬ ਹੁੰਦਾ ਢਲਣਾ, ਕਿ ਲੋਕਾਂ ਨੂੰ ਦੂਸਰੇ ਦੇਸ਼ਾਂ ਦੇ ਕਲਚਰ ਦੇ ਅਕੋਰਡਿੰਗ ਢਲਣਾ ਚਾਹੀਦਾ ਹੈਗਾ। ਇਹਦਾ ਟੌਪਿਕ ਪਤਾ ਕਿਵੇਂ ਆਉਂਦਾ ਹੁੰਦਾ ਕਈ ਵਾਰੀ ਕਿ ਜਦੋਂ ਕੁਝ ਲੋਕਾਂ ਦਾ ਮੰਨਣਾ ਹੈਗਾ ਜਦੋਂ ਅਸੀਂ ਕਿਸੇ ਕੰਟਰੀ ਦੇ ਵਿੱਚ ਜਾਂਦੇ ਆਂਗੇ ਤਾਂ ਸਾਨੂੰ ਉੱਥੋਂ ਦੀ ਲੈਂਗੁਏਜ ਸਮਝਣੀ ਚਾਹੀਦੀ ਹੈਗੀ।
ਉੱਥੋਂ ਦੀ ਲੈਂਗੁਏਜ ਸਮਝਣੀ ਵੀ ਲੈਂਗੁਏਜ ਸਿੱਖਣੀ ਚਾਹੀਦੀ, ਉੱਥੋਂ ਦਾ ਪਹਿਰਾਵਾ ਪਾਉਣਾ ਚਾਹੀਦਾ, ਉਹਦੇ ਅਕੋਰਡਿੰਗ ਢਲਣਾ ਚਾਹੀਦਾ, ਉਹਨੂੰ ਕਹਿੰਦੇ ਅਡੈਪਟ। ਅਡੈਪਟ ਮਤਲਬ ਢਲਣਾ। ਉਸ ਤੋਂ ਬਾਅਦ ਇਕੋ ਟੂਰਿਜ਼ਮ, ਧਿਆਨ ਨਾਲ ਸੁਣਿਓ, ਇਕੋ ਟੂਰਿਜ਼ਮ। ਇਕੋ ਮਤਲਬ ਬਣ ਗਿਆ ਇਕੋਲੋਜੀ, ਵਾਤਾਵਰਨ ਦੇ ਨਾਲ ਰਿਲੇਟਡ, ਤੇ ਟੂਰਿਜ਼ਮ ਸਾਨੂੰ ਪਤਾ ਹੀ ਆ। ਸੋ ਇਕੋ ਟੂਰਿਜ਼ਮ ਉਹ ਟੂਰਿਜ਼ਮ ਹੁੰਦਾ ਹੈਗਾ ਜਿਹੜਾ ਅਸੀਂ ਵਾਤਾਵਰਨ ਦੀ ਸੰਭਾਲ ਦੇ ਲਈ, ਵਾਤਾਵਰਨ ਦੀ ਕੇਅਰ ਦੇ ਲਈ ਜਾਂਦੇ ਹੈਗੇ, ਜਾਂ ਵਾਤਾਵਰਨ ਨੂੰ ਚੰਗੀ ਤਰ੍ਹਾਂ ਸਮਝਣ ਵਾਸਤੇ ਅਸੀਂ ਕਰਦੇ ਹਾਂ। ਓਕੇ, ਅਗਰ ਆਪਾਂ ਸਿਰਫ ਪਿਕਨਿਕ ਦੇ ਉੱਪਰ ਜਾ ਰਹੇ ਹਾਂ ਐਂਟਰਟੇਨਮੈਂਟ ਵਾਸਤੇ, ਕਿ ਆਪਾਂ ਕਿਸੇ ਫੋਰੈਸਟ ਵਿੱਚ ਜਾਵਾਂਗੇ, ਕੈਂਪਿੰਗ ਕਰਾਂਗੇ, ਬੋਨਫਾਇਰ ਕਰਾਂਗੇ ਤੇ ਵਾਪਸ ਆ ਜਾਵਾਂਗੇ, ਦੈਟ ਇਜ਼ ਨਾਟ ਇਕੋ ਟੂਰਿਜ਼ਮ। ਅਗਰ ਆਪਾਂ ਇਕੋ ਟੂਰਿਜ਼ਮ ਜਾ ਰਹੇ ਹਾਂ ਤੇ ਉੱਥੋਂ ਦੇ ਜਿਹੜੇ ਵਨ ਵਸਤੂ ਹੈ, ਸੌਰੀ ਵਨਸਪਤੀ ਹੈ, ਬਾਇਓਡਾਇਵਰਸਿਟੀ ਹੈ ਉੱਥੇ, ਜਾਂ ਬਾਇਓਲੋਜੀ ਹੈ ਉੱਥੋਂ ਦੀ, ਉਹਨੂੰ ਚੰਗੀ ਤਰ੍ਹਾਂ ਸਮਝਣ ਵਾਸਤੇ, ਤਾਂ ਕਿ ਆਪਾਂ ਥੋੜਾ ਬੈਟਰਮੈਂਟ ਕਰ ਸਕੀਏ, ਉੱਥੋਂ ਦੀ ਸਿਚੁਏਸ਼ਨ ਨੂੰ ਵਧੀਆ ਕਰ ਸਕੀਏ, ਉੱਥੋਂ ਦੇ ਜੀਵ ਜਿਹੜੇ ਜਾਨਵਰ ਨੇ ਉਹਨਾਂ ਦੀ ਕੇਅਰ ਕਰ ਸਕੀਏ, ਤਾਂ ਇਸ ਤਰ੍ਹਾਂ ਦੇ ਟੂਰਿਜ਼ਮ ਨੂੰ ਅਸੀਂ ਇਕੋ ਟੂਰਿਜ਼ਮ ਕਹਿੰਦੇ ਹਾਂ। ਅੱਜ ਕੱਲ੍ਹ ਇਕੋ ਟੂਰਿਜ਼ਮ ਦਾ ਜ਼ਮਾਨਾ ਚੱਲਿਆ ਹੋਇਆ ਹੈਗਾ, ਜਿਹੜੇ ਲੋਕ ਕੇਅਰ ਕਰਦੇ ਨੇ ਤਾਂ ਉੱਥੇ ਜ਼ਰੂਰ ਜਾਂਦੇ ਨੇ। ਇਸ ਤੋਂ ਬਾਅਦ ਹੈ ਕੰਜੈਸ਼ਨ। ਕੰਜੈਸ਼ਨ ਦਾ ਮੀਨਿੰਗ ਕਈ ਵਾਰ ਸਾਨੂੰ ਕਿਸੇ ਨੂੰ ਪਤਾ ਨਹੀਂ ਹੁੰਦਾ, ਇਹਦਾ ਬੜਾ ਸਿੱਧਾ ਜਿਹਾ ਮੀਨਿੰਗ ਹੈ ਜੈਮ। ਜਿਵੇਂ ਟ੍ਰੈਫਿਕ ਜੈਮ ਹੁੰਦੀ ਹੈ ਨਾ, ਟ੍ਰੈਫਿਕ ਜੈਮ, ਤਾਂ ਇਹ ਬਣ ਗਿਆ ਕੰਜੈਸ਼ਨ ਇਨ ਸਿਟੀਜ਼। ਸ਼ਹਿਰਾਂ ਦੇ ਵਿੱਚ ਜਿਹੜਾ ਭੀੜ ਭੜੱਕਾ ਹੈਗਾ ਕਿਉਂ ਹੁੰਦਾ ਹੈਗਾ, ਕੀ ਇਹਦਾ ਹੱਲ ਹੋ ਸਕਦਾ ਹੈਗਾ, ਕੀ ਕੀ ਕੁਝ ਕੀਤਾ ਜਾ ਸਕਦਾ। ਇਹਦੇ ਨਾਲ ਰਿਲੇਟਡ ਇੱਕ ਮੇਰੇ ਕੋਲ ਯਾਦ ਆ ਗਿਆ, ਇਹਦਾ ਇੱਕ ਕੁਐਸਚਨ ਲਿਖਿਆ ਹੋਇਆ ਸੀਗਾ ਕਿ ਕੰਜੈਸ਼ਨ ਨੂੰ ਰੋਕਣ ਵਾਸਤੇ, ਪ੍ਰੀਵੈਂਟ ਕਰਨ ਵਾਸਤੇ ਜਾਂ ਸੋਲਵ ਕਰਨ ਵਾਸਤੇ 에ਅਰ ਟ੍ਰੇਨਸ ਹੋਣੀਆਂ ਚਾਹੀਦੀਆਂ ਨੇ। ਹੁਣ 에ਅਰ ਟ੍ਰੇਨ ਕਿਹੜੀਆਂ ਨੇ, ਜੇ ਹਵਾ 'ਚ ਉੱਡਦੀਆਂ ਨੇਗੀਆਂ? ਨਹੀਂ ਰਾਜੇ, ਟ੍ਰੇਨ ਕਿਵੇਂ ਹਵਾ 'ਚ ਉੱਡਣਗੀਆਂ? ਕਈ ਵਾਰ ਸਾਡੇ ਦਿਮਾਗ ਨਾਲ ਵੀ ਹੋ ਸਕਦਾ ਟੈਕਨੋਲੋਜੀ ਨੇ ਐਡਵਾਂਸਮੈਂਟ ਵੀ ਟ੍ਰੇਨ ਹੀ ਉੱਡਣ ਲੱਗ ਜਾਣ, ਪਰ ਸੋਚੋ ਵੀ ਟ੍ਰੇਨ ਇੰਨੀਆਂ ਹੈਵੀ ਹੁੰਦੀਆਂ ਨੇ ਕਿ ਉੱਡ ਸਕਦੀਆਂ ਨੇਗੀਆਂ? ਨਹੀਂ ਉੱਡ ਸਕਦੀਆਂ। 에ਅਰ ਟ੍ਰੇਨ ਦਾ ਮਤਲਬ ਕੀ ਹੁੰਦਾ ਹੈਗਾ? ਸਾਡੇ ਇੰਡੀਆ ਦੇ ਵਿੱਚ ਬਹੁਤ ਘੱਟ ਨੇ ਪਰ ਫਿਰ ਵੀ ਕਿਤੇ ਨਾ ਕਿਤੇ ਹੈਗੀਆਂ ਨੇ। 에ਅਰ ਟ੍ਰੇਨ ਦਾ ਮਤਲਬ ਹੁੰਦਾ ਹੈਗਾ ਜਿਹੜੀ ਪੁਲ ਦੇ ਉੱਪਰ, ਮਤਲਬ ਕਿ ਪੁਲ ਉੱਚੇ ਬਣੇ ਹੁੰਦੇ ਨੇਗੇ। ਇੱਕ ਤਾਂ ਦੇਖੋ ਹੁਣ ਜਿਵੇਂ ਆਪਣੇ ਆਮ ਏਰੀਆ 'ਚ ਧਰਤੀ ਦੇ ਉੱਪਰ ਚੱਲਦੀ ਹੈ, ਕਈ ਨਾ ਪੁਲ ਬਣਾਏ ਹੁੰਦੇ ਨੇ ਉੱਚੀ ਉੱਚੀ, ਸ਼ਹਿਰਾਂ ਦੇ ਵਿੱਚ ਉਹਦੀ ਲੰਘ ਜਾਂਦੇ ਨੇਗੇ, ਤਾਂ ਉੱਥੇ ਉਹਨੂੰ 에ਅਰ ਟ੍ਰੇਨ ਕਿਹਾ ਜਾਂਦਾ। ਸਮਝ ਗਏ? 에ਅਰ ਟ੍ਰੇਨ ਕਹਿੰਦਾ ਜਿਹੜੇ ਕਿ ਟਰੈਕ ਉੱਚਾ ਬਣਾਇਆ ਜਾਂਦਾ ਹੁੰਦਾ ਸ਼ਹਿਰ ਨਾਲ ਉੱਚਾ, ਜਿਵੇਂ ਸਾਡੇ ਓਵਰ ਬ੍ਰਿਜ ਹੁੰਦੇ ਨੇਗੇ, ਉਵੇਂ ਹੀ ਬ੍ਰਿਜ ਬਣਾ ਕੇ ਜਾਂ ਟਰੈਕ ਬਣਾ ਕੇ ਸ਼ਹਿਰ ਦੇ ਵਿੱਚੋਂ ਦੀ ਕੱਢੀ ਜਾਂਦੀ ਹੈਗੀ, ਪਰ ਉੱਚੀ ਹੁੰਦੀ ਹੈ, ਉਹਨੂੰ ਆਪਾਂ 에ਅਰ ਟ੍ਰੇਨ ਕਹਿੰਦੇ ਹਾਂ ਅਸੀਂ। ਤਾਂ ਥੋੜਾ ਜਿਹਾ ਹੋਰ ਇਹਦੇ ਬਾਰੇ ਰਿਸਰਚ ਕਰ ਲਿਓ। ਉਸ ਤੋਂ ਬਾਅਦ ਰੀਟੇਕਿੰਗ ਦਾ ਡਰਾਈਵਿੰਗ ਟੈਸਟ। ਐਗਜ਼ਾਮ ਆਇਆ ਸੀਗਾ ਮੈਨੂੰ ਲੱਗਦਾ 2020 ਦੇ ਵਿੱਚ ਆਇਆ, 2020 ਦੇ ਵਿੱਚ, ਕਿ ਹਰ 5 ਸਾਲ ਬਾਅਦ ਡਰਾਈਵਿੰਗ ਟੈਸਟ ਲੈਣਾ ਲਾਜ਼ਮੀ ਹੋਣਾ ਚਾਹੀਦਾ ਹਰ ਇੱਕ ਡਰਾਈਵਰ ਦਾ, ਠੀਕ ਹੈ, ਰੀਟੇਕਿੰਗ ਦੁਬਾਰਾ ਟੈਸਟ ਲੈਣਾ। ਉਸ ਤੋਂ ਬਾਅਦ ਓਸ਼ਨ ਜਾਂ ਮਰੀਨ ਲਾਈਫ। ਓਸ਼ਨ ਜਾਂ ਮਤਲਬ ਮਰੀਨ, ਇਹ ਨਾ ਜਾਣਕਾਰੀ ਦੇ ਵੈਸੇ ਨਾ ਟੌਪਿਕ ਐਗਜ਼ਾਮ ਦੇ ਵਿੱਚ ਮਰੀਨ ਲਾਈਫ ਆਉਂਦਾ ਹੁੰਦਾ, ਓਸ਼ਨ ਨਹੀਂ ਆਉਂਦਾ ਹੁੰਦਾ, ਬਹੁਤ ਘੱਟ ਆਉਂਦਾ। ਮਰੀਨ ਮੀਨਿੰਗ ਨਹੀਂ ਸਮਝ ਆਉਂਦਾ। ਮਰੀਨ ਦਾ ਮਤਲਬ ਪਾਣੀ ਦੇ ਨਾਲ ਰਿਲੇਟਡ ਜ਼ਿੰਦਗੀ ਤੋਂ ਆਉਂਦਾ। ਹੁਣ ਪਾਣੀ 'ਚ ਆਪਾਂ ਕਹਾਂ ਕਿਹੜੀ ਜ਼ਿੰਦਗੀ ਹੈ? ਕਿਉਂ ਨਹੀਂ ਹੈਗੀ ਰਾਜੇ? ਪਾਣੀ ਅੰਦਰ ਜਿਹੜੇ ਜੀਵ ਜੰਤੂ ਰਹਿੰਦੇ ਹੈਗੇ ਉਹ ਲਾਈਫ ਹੀ ਹੈਗੀ, ਉਹ ਉਹਨਾਂ ਦਾ ਰਹਿਣ ਵਾਲੀ ਥਾਂ ਕਿ ਉਹਨਾਂ ਦਾ ਹੈਬਿਟੇਟ ਹੈਗਾ ਉਹ। ਤਾਂ ਹੁਣ ਓਸ਼ਨ ਜਾਂ ਮਰੀਨ ਲਾਈਫ ਕੀ ਹੈ, ਕਿਸ ਤਰ੍ਹਾਂ ਦੀ ਜੀਵ ਜੰਤੂ ਨੇਗੇ, ਪਲੀਜ਼ ਇਸ ਚੀਜ਼ ਨੂੰ ਥੋੜਾ ਧਿਆਨ ਨਾਲ ਪੜ੍ਹ ਲਿਓ, ਉੱਥੇ ਰਿਸਰਚ ਕਰ ਲਿਓ ਇਹਦੇ ਬਾਰੇ। ਪਲੱਸ ਇਹ ਚੀਜ਼ ਜ਼ਰੂਰ ਦੇਖਣੀ ਹੈਗੀ ਕਿ ਮਰੀਨ ਲਾਈਫ ਦੇ ਉੱਪਰ ਕਲਾਈਮੇਟ ਚੇਂਜ ਦਾ, ਮੈਂ ਲਿਖਿਆ ਕਲਾਈਮੇਟ ਚੇਂਜ ਨਹੀਂ, ਆਹ ਗਲੋਬਲ ਵਾਰਮਿੰਗ ਦੇ ਨਾਲ ਲਿਖਣਾ ਹੋਊਗਾ ਕਿ ਕਲਾਈਮੇਟ ਚੇਂਜ ਦੇ ਨਾਲ ਜਾਂ ਗਲੋਬਲ ਵਾਰਮਿੰਗ ਦੇ ਨਾਲ ਕੀ ਪ੍ਰਭਾਵ ਪੈ ਰਿਹਾ। ਇਹ ਐਗਜ਼ਾਮ 'ਚ ਆਇਆ ਹੋਇਆ ਕੁਐਸਚਨ, ਦੁਬਾਰਾ ਸੁਣ ਲਓ ਕਿ ਮਰੀਨ ਲਾਈਫ ਦੇ ਉੱਪਰ ਗਲੋਬਲ ਵਾਰਮਿੰਗ ਜਾਂ ਕਲਾਈਮੇਟ ਚੇਂਜ ਦਾ ਕੀ ਪ੍ਰਭਾਵ ਪਿਆ ਹੈਗਾ। ਬਹੁਤ ਪ੍ਰਭਾਵ ਪਿਆ ਰਿਹਾ, ਜਦੋਂ ਟੈਂਪਰੇਚਰ ਵਧ ਜਾਂਦਾ ਹੈਗਾ, ਬਾਹਰ ਪਾਣੀ ਦਾ ਟੈਂਪਰੇਚਰ ਵੀ ਵੱਧਦਾ, ਤਾਂ ਜਿਹੜੇ ਜੀਵ ਜੰਤੂ ਉਹਦੇ 'ਚ ਰਹਿੰਦੇ ਆ ਮਰਨ ਲੱਗ ਜਾਂਦੇ ਨੇਗੇ। ਉਸ ਤੋਂ ਬਾਅਦ ਪੋਲਿਊਸ਼ਨ ਵੱਧ ਗਿਆ, ਤਾਂ ਜਿਵੇਂ ਮੱਛੀਆਂ ਨੇਗੀਆਂ, ਪੋਲਿਊਸ਼ਨ ਦੇ ਨਾਲ ਮੱਛੀਆਂ ਮਰਨ ਲੱਗ ਜਾਂਦੀਆਂ ਨੇ, ਤਾਂ ਇਹ ਮਰੀਨ ਲਾਈਫ ਦੇ ਨਾਲ ਰਿਲੇਟਡ ਹੈ। ਓਕੇ, ਇਹਦਾ ਸੋਲੂਸ਼ਨ ਪੁੱਛਿਆ ਜਾ ਸਕਦਾ ਤੁਹਾਡੇ ਤੋਂ। ਥੋੜੇ ਦਿਨ ਪਹਿਲੇ ਕੀਤਾ ਸੀ ਜੌਬ ਸੈਟੀਸਫੈਕਸ਼ਨ, ਕੀ ਇਹਦਾ ਕੁਐਸਚਨ ਬਣਿਆ ਸੀਗਾ, ਇਜ਼ ਐਕਸਪੈਕਟਿੰਗ ਜੌਬ ਸੈਟੀਸਫੈਕਸ਼ਨ ਰੀਅਲ? ਕਿ ਵਾਕਈ ਆਪਾਂ ਕਹਿ ਸਕਦੇ ਹਾਂ ਵੀ ਰੀਅਲ ਦੇ ਵਿੱਚ ਜੌਬ ਸੈਟੀਸਫੈਕਸ਼ਨ ਹੁੰਦੀ ਹੈਗੀ। ਜੌਬ ਸੈਟੀਸਫੈਕਸ਼ਨ ਦਾ ਮਤਲਬ ਹੁੰਦਾ ਤੁਸੀਂ ਕਿਤੇ ਕੰਮ ਕਰ ਰਹੇ ਹੋ, ਤੁਸੀਂ ਬਿਲਕੁਲ ਖੁਸ਼ ਹੋਗੇ, ਤੁਹਾਡਾ ਵਰਕ ਲਾਈਫ ਬੈਲੈਂਸ ਵੀ ਬਣ ਰਿਹਾ ਹੈਗਾ, ਕੰਮ ਦੇ ਟਾਈਮ ਕੰਮ ਤੇ ਪਰਸਨਲ ਲਾਈਫ ਦੇ ਟਾਈਮ ਪਰਸਨਲ ਲਾਈਫ। ਅਗਰ ਇਹ ਚੀਜ਼ ਹੈਗੀ ਹੈ ਤਾਂ ਤੁਸੀਂ ਸੈਟੀਸਫਾਈਡ ਹੋ। ਕੀ ਤੁਹਾਨੂੰ ਸੈਟੀਸਫਾਈਡ ਹੋ ਜਿਹੜੀ ਤੁਹਾਨੂੰ ਸੈਲਰੀ ਮਿਲ ਰਹੀ ਹੈ? ਕੀ ਸੈਟੀਸਫਾਈਡ ਹੋ ਤੁਹਾਨੂੰ ਜਿਹੜਾ ਤੁਹਾਨੂੰ ਕੰਮ ਮਿਲ ਰਿਹਾ ਹੈਗਾ? ਕੀ ਸੈਟੀਸਫਾਈਡ ਹੋ ਕਿ ਕੰਮ ਦੇ ਅਕੋਰਡਿੰਗ ਤੁਹਾਨੂੰ ਸੈਲਰੀ ਮਿਲ ਰਹੀ ਹੈਗੀ, ਕਿ ਤੁਹਾਨੂੰ ਛੁੱਟੀਆਂ ਮਿਲ ਰਹੀਆਂ? ਇਹ ਸਾਰਾ ਕੁਝ ਸੈਟੀਸਫੈਕਸ਼ਨ ਦੇ ਵਿੱਚ ਆ ਜਾਂਦਾ। ਉਸ ਤੋਂ ਬਾਅਦ ਹੈ ਫੈਕਟਰਸ ਇਨਫਲੂਐਂਸਿੰਗ ਕੈਰੀਅਰ ਚੋਇਸਸ। ਉਹ ਕਿਹੜੇ ਕਿਹੜੇ ਰੀਜ਼ਨ ਨੇ ਜਿਹਦੇ ਕਰਕੇ ਕੈਰੀਅਰ ਚੋਇਸ ਦਾ ਮਤਲਬ ਕੀ ਬਣ ਗਿਆ ਕਿ ਜਦੋਂ ਆਪਾਂ ਜੌਬ ਸਿਲੈਕਟ ਕਰਦੇ ਆ ਕਿਤੇ ਕਿਹੜਾ ਕੰਮ ਕਰਨਾ, ਤਾਂ ਉਹ ਕਿਹੜੀ ਕਿਹੜੀ ਚੀਜ਼ਾਂ ਨੇ ਜਿਹੜੀਆਂ ਕਿ ਜ਼ਿੰਮੇਵਾਰ ਹੁੰਦੀਆਂ ਨੇ, ਮੈਂ ਆਹ ਜੌਬ ਕਰਾਂ ਜਾਂ ਨਾ ਕਰਾਂ। ਤਾਂ ਇਹ ਚੀਜ਼ਾਂ ਆ ਗਈਆਂ ਕਿ ਉਹੀ ਜੌਬ ਕਰਦੇ ਹੋ ਜਿਸ 'ਚ ਵਰਕ ਲਾਈਫ ਬੈਲੈਂਸ ਬਣੇ, ਤੁਹਾਨੂੰ ਛੁੱਟੀ ਮਿਲੇ, ਤੁਹਾਨੂੰ ਲੈਜ਼ਰ ਐਕਟੀਵਿਟੀ ਵਾਸਤੇ ਟਾਈਮ ਮਿਲੇ, ਤੁਹਾਨੂੰ ਬੋਨਸ ਮਿਲੇ, ਤੁਹਾਨੂੰ
ਜੌਬ ਮਿਲੇ, ਡਿਜ਼ਰਵਿੰਗ ਸੈਲਰੀ ਮਿਲੇ, ਇਹ ਵਾਲੀ ਚੀਜ਼ਾਂ ਸਾਰੀਆਂ ਇਹਦੇ ਵਿੱਚ ਆ ਗਈਆਂ। ਉਸ ਤੋਂ ਬਾਅਦ ਹੈ ਵਿਮਨ ਇਨ ਆਰਮਡ ਫੋਰਸਿਸ, ਕਿ ਔਰਤਾਂ ਵੀ ਆਰਮਡ ਫੋਰਸਿਸ ਮਤਲਬ ਕਿ ਜਿੱਥੇ ਹਥਿਆਰ ਯੂਜ਼ ਕੀਤੇ ਜਾਂਦੇ ਨੇ, ਜਿਵੇਂ ਆਰਮੀ ਹੋ ਗਈ, ਪੁਲਿਸ ਹੋ ਗਈ, ਸੋਲਜਰਸ ਹੋ ਗਏ, ਉਹਦੇ ਵਿੱਚ ਵੀ ਉਹਨਾਂ ਨੂੰ ਜਗ੍ਹਾ ਮਿਲਣੀ ਚਾਹੀਦੀ ਆ ਜਾਂ ਨਹੀਂ ਮਿਲਣੀ ਚਾਹੀਦੀ, ਬਹੁਤ ਡਿਟੇਲ ਨਾਲ ਆਪਾਂ ਡਿਸਕਸ ਕੀਤਾ ਹੋਇਆ, ਪਰ ਪਲੀਜ਼ ਜਿਹੜੇ ਨਵੇਂ ਨੇਗੇ, ਨਵੇਂ ਸੁਣ ਰਹੇ ਨੇਗੇ, ਉਹਨਾਂ ਲਈ ਜ਼ਰੂਰੀ ਹੈ। ਉਸ ਤੋਂ ਬਾਅਦ ਗਲੋਬਲ ਵਾਰਮਿੰਗ ਤੇ ਨਾਲ ਹੀ ਹੈ ਕਲਾਈਮੇਟ ਚੇਂਜ। ਇਹ ਬੜੇ ਕਾਮਨ ਜਿਹੇ ਵਰਡ ਨੇਗੇ, ਔਰ ਐਗਜ਼ਾਮ ਦੇ ਵਿੱਚ ਪਤਾ ਨਹੀਂ ਕਿੰਨੇ ਕੁ ਵਾਰ ਇਹਨਾਂ ਨਾਲ ਰਿਲੇਟਡ ਐਸੇ ਆਏ ਹੋਣਗੇ, ਕਿਉਂਕਿ ਇਹ ਨਾ ਵਰਡ ਇਸ਼ੂਜ਼ ਨੇ, ਤੇ ਵਰਡ ਇਸ਼ੂਜ਼ ਐਗਜ਼ਾਮ ਦੇ ਵਿੱਚ ਆਮ ਤੌਰ ਦੇ ਉੱਪਰ ਆਉਂਦੇ ਹੁੰਦੇ ਨੇ। ਸੋ ਗਲੋਬਲ ਵਾਰਮਿੰਗ, ਗਰਮੀ ਵਧਣ ਕਰਕੇ, ਟੈਂਪਰੇਚਰ ਵਧਣ ਕਰਕੇ ਜੋ ਵੀ ਮਾਹੌਲ ਬਣਦਾ ਹੈਗਾ, ਉਹਨੂੰ ਅਸੀਂ ਗਲੋਬਲ ਵਾਰਮਿੰਗ ਕਹਿੰਦੇ ਹਾਂ। ਹੁਣ ਪੰਜਾਬ ਦੀ ਗੱਲ ਕਰੀਏ, ਪਹਿਲਾਂ ਤਕਰੀਬਨ 6 ਮਹੀਨੇ ਗਰਮੀ ਤੇ 4 ਮਹੀਨੇ ਠੰਡ ਪੈਂਦੀ ਸੀਗੀ, 2 ਮਹੀਨੇ ਮਿਕਸ ਜਿਹਾ ਮੌਸਮ ਹੁੰਦਾ ਸੀ, ਪਰ ਹੁਣ ਤੁਸੀਂ ਦੇਖੋ 6 ਤੋਂ 8 ਮਹੀਨੇ ਗਰਮੀ ਬਣ ਚੁੱਕੀ ਹੈਗੀ, 2 ਮਹੀਨੇ ਹਾਰਡਲੀ ਠੰਡ ਬਣ ਚੁੱਕੀ ਹੈਗੀ, ਤੇ ਬਾਕੀ 1-2 ਮਹੀਨੇ ਜਿਹੜਾ ਮਿਕਸ ਹੁੰਦੇ ਉਹ ਹੈਗੇ। ਉਸ ਤੋਂ ਬਾਅਦ ਹੈ ਬਹੁਤ ਹੀ ਇੰਪੋਰਟੈਂਟ ਟੌਪਿਕ, ਖੈਰ ਅਸੀਂ ਵੀ ਉਹਦੇ ਵਿੱਚ ਜ਼ਿੰਮੇਵਾਰ ਹਾਂ, ਅਸੀਂ ਵੀ ਕਰ ਰਹੇ ਹਾਂ ਬ੍ਰੇਨ ਡਰੇਨ। ਡਰੇਨ ਦਾ ਮਤਲਬ ਹੁੰਦਾ ਹੈਗਾ, ਜਿੱਦਾਂ ਆਪਾਂ ਕਹਿੰਦੇ ਹਾਂ ਕਿ ਕੋਈ ਚੀਜ਼ ਬਾਹਰ ਨਿਕਲਣ ਵਾਸਤੇ ਜਿਹੜੇ ਨਾਲੇ ਬਣੇ ਹੁੰਦੇ ਨੇ ਜਾਂ ਚੀਜ਼ਾਂ ਬਣੀਆਂ ਹੁੰਦੀਆਂ ਨੇ, ਰਸਤੇ ਬਣੇ ਹੁੰਦੇ ਨੇ, ਉਹਨੂੰ ਡਰੇਨ ਕਹਿੰਦੇ ਆ। ਡਰੇਨ ਆ ਤੋਂ ਬਾਹਰ ਨਿਕਲਣਾ। ਤੇ ਬ੍ਰੇਨ ਡਰੇਨ ਦਾ ਮਤਲਬ ਕੀ ਹੈ, ਕਿਸੇ ਵੀ ਜਗ੍ਹਾ ਦਾ, ਕਿਸੇ ਪਰਟੀਕੂਲਰ ਏਰੀਆ ਦਾ ਜਿਹੜਾ ਬ੍ਰੇਨ ਹੈ ਉਹਦਾ ਬਾਹਰ ਜਾਣਾ। ਹੁਣ ਬ੍ਰੇਨ ਕੌਣ ਹੈਗਾ ਇੱਥੇ, ਦਿਮਾਗ ਇਹਨਾਂ ਦੇ ਆਪਾਂ ਸਾਰੇ, ਸਪੈਸ਼ਲੀ ਯੰਗਸਟਰਸ। ਸੋ ਯੰਗਸਟਰ ਜਦੋਂ ਜੌਬ ਦੇ ਲਈ ਜਾਂ ਸੈਟਲਮੈਂਟ ਦੇ ਲਈ, ਰੀਸੈਟਲਮੈਂਟ ਦੇ ਲਈ, ਜਾਂ ਕਿਸੇ ਵੀ ਵਜ੍ਹਾ ਕਰਕੇ ਜਦੋਂ ਆਪਣੇ ਦੇਸ਼ ਨੂੰ ਛੱਡ ਕੇ, ਆਪਣੀ ਜਗ੍ਹਾ ਨੂੰ ਛੱਡ ਕੇ ਕਿਸੇ ਹੋਰ ਕੰਟਰੀ ਦੇ ਵਿੱਚ ਜਾਂਦੇ ਨੇ, ਉਹਨੂੰ ਬ੍ਰੇਨ ਡਰੇਨ ਕਿਹਾ ਜਾਂਦਾ। ਹੁਣ ਆਇਲਸ ਦੇ ਸਾਰੇ ਸਟੂਡੈਂਟ ਬ੍ਰੇਨ ਡਰੇਨਿੰਗ ਦੇ ਲਈ ਹੀ ਪੜ੍ਹ ਰਹੇ ਨੇ, ਪੋਜ਼ਿਟਿਵ ਵੀ ਹੈਗੇ ਇਹ, ਨੈਗੇਟਿਵ ਵੀ ਹੈ, ਪਰ ਟੌਪਿਕ ਇੰਪੋਰਟੈਂਟ ਜ਼ਰੂਰ ਹੈਗਾ। ਠੀਕ ਹੈ ਜੀ। ਸੋ ਸਾਰੇ ਇਹ ਵਰਡਸ ਨੇਗੇ, ਮੈਂ ਲਾਸਟ ਟਾਈਮ ਫਿਰ ਕਹਿ ਰਿਹਾ ਤੁਹਾਨੂੰ ਮੈਂ ਕਿ ਇਹ ਕੀਵਰਡਸ ਅਜਿਹੇ ਨੇ ਜਿਨ੍ਹਾਂ ਦੇ ਵਿੱਚੋਂ ਹੀ ਤੁਹਾਡੇ ਐਸੇ ਆਉਣੇ। ਇਹੀ ਕੀਵਰਡਸ ਤੁਹਾਨੂੰ ਦਿਖਣਗੇ ਕਿਤੇ ਨਾ ਕਿਤੇ, ਕੁਝ ਵਰਡ ਬਿਲਕੁਲ ਨਿਊ ਨੇਗੇ, ਜਿਹੜੇ ਕਿ ਤੁਸੀਂ ਫਸਟ ਟਾਈਮ ਸੋਚਿਆ ਵੀ ਅੱਛਾ ਆਹ ਵੀ ਹੁੰਦਾ, ਇਹਦਾ ਮੀਨਿੰਗ ਕੀ ਹੋ ਸਕਦਾ ਹੈਗਾ, ਪਰ ਕੋਈ ਗੱਲ ਨਹੀਂ, ਇਹਨਾਂ ਨੂੰ ਪ੍ਰੋਪਰ ਤੁਹਾਡੇ ਕੋਲ ਵਰਡ ਮਿਲ ਚੁੱਕੇ ਆ ਕਿ ਜਿਹਦੇ ਬਾਰੇ ਤੁਹਾਨੂੰ ਡਿਟੇਲਸ ਵਿੱਚ ਨਹੀਂ ਪਤਾ, ਉਹਨੂੰ ਰਿਸਰਚ ਕਰੋ ਇੰਟਰਨੈਟ ਦੇ ਉੱਪਰ, ਤੇ ਉਹਨੂੰ ਪ੍ਰਪੇਅਰ ਕਰੋ ਆਪਣੇ ਵਾਸਤੇ ਕਿ ਐਗਜ਼ਾਮ 'ਚ ਜੇ ਆ ਵੀ ਗਿਆ ਕੋਈ ਗੱਲ ਨਹੀਂ ਤਾਂ ਆਪਾਂ ਲਿਖ ਤਾਂ ਦੇ ਦਈਏ। ਠੀਕ ਹੈ ਜੀ। ਸੋ ਇਹ ਸੀਗੀ ਅੱਜ ਦੀ ਆਪਣੀ ਛੋਟੀ ਜਿਹੀ ਕਲਾਸ।